ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰ੍ਹੇਗੰਢ ਲਈ ਪਾਕਿਸਤਾਨ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਣ ਤੋਂ ਕੇਂਦਰ ਸਰਕਾਰ ਦੇ ਕੀਤੇ ਇਨਕਾਰ ਤੇ ਪੰਥਕ ਹਲਕਿਆਂ 'ਚ ਭਾਰੀ ਰੋਸ ਹੈ। ਐਸਜੀਪੀਸੀ ਮੁਖੀ ਬੀਬੀ ਜਗੀਰ ਕੌਰ ਨੇ ਇਸ ਨੂੰ ਕੇਂਦਰ ਸਰਕਾਰ ਦਾ ਸਿੱਖਾਂ ਨਾਲ ਧੱਕਾ ਕਰਾਰ ਦਿੰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਸਾਕਾ ਨਨਕਾਣਾ ਸਾਹਿਬ ਅਤੇ ਸਿੱਖਾਂ ਦੇ ਇਤਿਹਾਸ ਤੋਂ ਰੂਬਰੂ ਕਰਾਉਣ ਲਈ ਕਿਤਾਬਾਂ ਦਾ ਸੈੱਟ ਭੇਜਦਿਆਂ ਇਸ ਫੈਸਲੇ ਤੇ ਮੁੜ ਗੌਰ ਕਰਨ ਲਈ ਕਿਹਾ ਹੈ। ਸੋ ਅੱਜ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਸਾਡੇ ਇਤਿਹਾਸ ਤੋਂ ਹੋ ਤਾਂ ਨਹੀਂ ਸਕਦਾ ਕਿ ਪ੍ਰਧਾਨ ਮੰਤਰੀ ਜੀ ਜਾਣੂ ਨਾ ਹੋ ਤਾਂ ਨਹੀਂ ਸਕਦਾ ਕਿ ਏਡੀਆਂ ਵੱਡੀਆਂ ਪੋਜੀਸ਼ਨਾਂ ਤੇ ਬੈਠੀਆਂ ਸਾਡੀਆਂ ਸ਼ਖਸੀਅਤਾਂ ਇਸ ਤੋਂ ਜਾਣੂ ਨਾ ਹੋਣ। ਮੈਨੂੰ ਆਸ ਹੈ ਕਿ ਉਹਨਾਂ ਨੂੰ ਇਸ ਇਤਿਹਾਸ ਦਾ, ਇਸ ਗੌਰਵਮਈ ਇਤਿਹਾਸ ਦਾ, ਇਹਨਾਂ ਸ਼ਹਾਦਤਾਂ ਦਾ ਜ਼ਰੂਰ ਗਿਆਨ ਹੋਵੇਗਾ। ਪਰ ਫਿਰ ਵੀ ਜੇ ਉਹਨਾਂ ਨੇ ਸਾਡਾ ਇਨਸਾਫ ਨਹੀਂ ਕੀਤਾ, ਇਹਦਾ ਕਾਰਨ ਕੀ ਹੈ? ਉਹਦੇ ਵਾਸਤੇ ਮੈਂ ਅੱਜ 8 ਕੁ ਕਿਤਾਬਾਂ ਦਾ ਸੈੱਟ, ਜਿਹੜਾ ਕਿ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਿਤ ਹਨ, ਭਾਵੇਂ ਉਹ ਨਨਕਾਣਾ ਸਾਹਿਬ ਦਾ ਸਾਕਾ, ਭਾਵੇਂ ਉਹ ਜੈਤੋ ਕੇ ਮੋਰਚੇ ਦਾ, ਭਾਵੇਂ ਗੁਰੂ ਕੇ ਬਾਗ ਦਾ, ਭਾਵੇਂ ਅਕਾਲੀ ਮੋਰਚਿਆਂ ਦਾ, ਭਾਵੇਂ ਸਾਡੇ ਉੱਥੋਂ ਦੇ ਉਸ ਵੇਲੇ ਦੇ ਜਿਨ੍ਹਾਂ ਦਾ ਅੱਖੀ ਡਿੱਠਾ ਹਾਲ ਸੀਗਾ, ਉਹ ਕਿਤਾਬਾਂ ਲਿਖੀਆਂ। ਉਹ ਸਾਰੀਆਂ 8 ਕਿਤਾਬਾਂ ਦਾ ਸੈੱਟ ਬਣਾ ਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ, ਮਾਨਯੋਗ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ। ਤੇ ਨਾਲ ਮੈਂ ਬਕਾਇਦਾ ਸਕੱਤਰ ਦੀ ਡਿਊਟੀ ਲਾ ਰਹੀ ਹਾਂ ਕਿ ਉਹ ਉੱਥੇ ਜਾ ਕੇ, ਸਾਡਾ ਮੀਤ ਸਕੱਤਰ ਆਪ ਜਾ ਕੇ ਦਫ਼ਤਰ ਵਿੱਚ ਦੇ ਕੇ ਆਉਣ ਕਿ ਪ੍ਰਧਾਨ ਮੰਤਰੀ ਜੀ ਇੱਕ ਵਾਰੀ ਸਾਡੇ ਇਤਿਹਾਸ ਨੂੰ ਜ਼ਰੂਰ ਖੋਜ ਕੇ ਦੇਖੋ ਕਿ ਜਿਹੜਾ ਤੁਸੀਂ ਸਾਨੂੰ ਅੱਜ ਜਵਾਬ ਦਿੱਤਾ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ, ਕਿ ਇਹ ਜਾਇਜ਼ ਹੈ? ਕਿ ਇਹ ਸਾਡੇ ਵਾਸਤੇ ਦੁਖਦਾਈ ਨਹੀਂ? ਕਿ ਸਾਡੇ ਨਾਲ ਬੇਇਨਸਾਫੀ ਨਹੀਂ? ਕਿ ਸਾਡੇ ਨਾਲ ਧੱਕਾ ਨਹੀਂ? ਕਿ ਸਾਨੂੰ ਇਹ ਸੱਟ ਨਹੀਂ ਵੱਜੀ? ਜੇ ਉਹ ਇਤਿਹਾਸ ਨੂੰ ਖੋਜ ਲੈਣ, ਜੇ ਉਹਨੂੰ ਇੱਕ ਵਾਰੀ ਝਾਤ ਮਾਰ ਲੈਣ, ਸ਼ਾਇਦ ਉਹਨਾਂ ਦਾ ਵੀ ਮਨ ਕੰਬ ਜਾਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਜੇਕਰ ਇਸਲਾਮ ਧਰਮ ਨਾਲ ਵੀ ਧੱਕਾ ਹੁੰਦਾ ਤਾਂ ਉਹ ਉਸ ਨੂੰ ਵੀ ਬਚਾਉਂਦੇ। ਅੱਜ ਇੱਕ ਧਰਮ ਦੇ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੈ ਅਤੇ 100 ਸਾਲਾ ਸਾਕਾ ਨਨਕਾਣਾ ਸਾਹਿਬ ਵਾਰ-ਵਾਰ ਨਹੀਂ ਆਉਂਦਾ। ਇਸ ਵਾਰ ਨਹੀਂ ਰੋਕਣਾ ਚਾਹੀਦਾ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਅਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਾਂਗੇ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਨੂੰ ਕਿਹਾ ਕਿ ਸਿੱਖ ਧਰਮ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸੀਸ ਦੇਣ ਲੱਗੇ ਉਹਨਾਂ ਨੂੰ ਕਿਹਾ ਕਿ ਜੇ ਇਹ ਇਸਲਾਮ ਧਰਮ ਨਾਲ ਵੀ ਧੱਕਾ ਹੁੰਦਾ ਤੇ ਮੈਂ ਤਾਂ ਵੀ ਇਸ ਨੂੰ ਧੱਕੇ ਨੂੰ ਬਚਾਉਣਾ ਸੀ, ਮੈਂ ਉਸ ਧਰਮ ਵਾਸਤੇ ਵੀ ਕਰਨਾ ਸੀ। ਜੇ ਅੱਜ ਇੱਕ ਧਰਮ ਦੇ ਉੱਤੇ ਸੱਟ ਵੱਜ ਰਹੀ ਹੈ ਤੇ ਬਾਕੀ ਧਰਮਾਂ ਦਾ ਵੀ ਇਹੀ ਹਾਲ ਕਿਸੇ ਵੇਲੇ ਹੋ ਸਕਦਾ। ਸੋ ਇਹ ਸਾਰਿਆਂ ਨੂੰ ਸਾਂਝੀ ਗੱਲ ਕਰਨੀ ਚਾਹੀਦੀ ਹੈ। ਹਰ ਇੱਕ ਨੂੰ ਧਾਰਮਿਕ ਮੁੱਦਾ ਦੇਖੋ, ਬੀਜੇਪੀ ਇਹ ਪਾਰਟੀ ਕਹਿੰਦੀ ਹੈ ਕਿ ਅਸੀਂ ਵੀ ਧਰਮ ਦੇ ਆਧਾਰ ਦੇ ਉੱਤੇ ਸਿਆਸਤ ਕਰਦੇ, ਰਾਜਨੀਤੀ ਕਰਦੇ, ਸਰਕਾਰ ਚਲਾਉਂਦੇ ਹਾਂ, ਭਾਵੇਂ ਉਹ ਧਰਮ ਕੋਈ ਹੋਵੇ ਉਹਨਾਂ ਦਾ। ਉਹ ਕਹਿੰਦੇ ਤਾਂ ਹੈ ਨਾ ਵੀ ਅਸੀਂ ਵੀ ਧਰਮ ਦਾ ਆਧਾਰ ਹੈ, ਸਾਡੀ ਵੀ ਧਾਰਮਿਕ ਜਥੇਬੰਦੀ ਹੈਗੀ ਹੈ। ਜੇ ਉਹ ਆਪਣੇ ਧਰਮ ਦੀ ਗੱਲ ਕਰਕੇ ਚੱਲ ਆਉਂਦੇ ਹੋਣ ਤੇ ਉਹਨਾਂ ਨੂੰ ਇਹ ਨਹੀਂ ਅਹਿਸਾਸ ਹੋਇਆ ਵੀ ਇਹ ਵੀ ਧਰਮ ਹੈ, ਇਸ ਧਰਮ ਦੀ ਵੀ ਕੋਈ ਪਰੰਪਰਾ, ਕੋਈ ਮਰਿਆਦਾ। ਸੋ ਇਸ ਕਰਕੇ ਮੈਂ ਸਮਝਦੀ ਹਾਂ ਅਸੀਂ ਤੇ ਉਹਨਾਂ ਨੂੰ ਸਿਰਫ ਇੱਕ ਨਜ਼ਰ ਚੋਂ ਕੱਢਣ ਵਾਸਤੇ ਯਾਦ ਕਰਾਇਆ ਕਿ ਸਾਡਾ ਇਤਿਹਾਸ ਬੜਾ ਇੱਕ ਲਾਸਾਨੀ ਸ਼ਹਾਦਤਾਂ ਸੀ। ਅਸੀਂ ਉਸ ਲਾਸਾਨੀ ਸ਼ਹਾਦਤਾਂ ਨੂੰ ਨਮਸਕਾਰ ਕਰਨ ਵਾਸਤੇ ਜਾਣਾ ਸੀ। ਇਹ ਸਾਡੇ ਵਾਸਤੇ ਬਹੁਤ ਹੀ ਬਾਕੀ ਜਿੱਥੇ ਅਸੀਂ ਜਾਂਦੇ ਹਾਂ, ਪਰ ਇਹ ਸਭ ਤੋਂ ਅਸੀਂ ਸਮਝਦੇ ਕਿ ਵੱਡਾ ਸਾਡੇ ਵਾਸਤੇ ਅੱਜ 100 ਸਾਲਾ ਵਾਰ-ਵਾਰ ਨਹੀਂ ਹੋਣਾ। ਜਥਾ ਵਿਸਾਖੀ ਤੇ ਨਾ ਜਾਵੇ, ਗੁਰਪੁਰਬ ਤੇ ਚੱਲ ਜੂ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਨਾ ਜਾਵੇ, ਦੂਜੇ ਪੁਰਬ ਤੇ ਚੱਲ ਜੂ, ਪਰ ਜਿਹੜੀ 100 ਸਾਲਾ ਜਿਹੜਾ ਇਹ ਸ਼ਤਾਬਦੀ ਹੈ, ਇਹ ਮੁੜ ਕੇ ਸਾਡੀ ਜ਼ਿੰਦਗੀ 'ਚ 200 ਸਾਲਾਂ ਨਹੀਂ ਅਸੀਂ ਦੇਖਣਾ। ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਕਿ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਨਾਲ ਇਨਸਾਫ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਸਿਰਫ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਪੀੜਾ ਨਹੀਂ ਹੋਈ, ਬਲਕਿ ਬਾਕੀ ਧਰਮ ਦੇ ਲੋਕਾਂ ਨੂੰ ਵੀ ਮਹਿਸੂਸ ਹੋਇਆ ਕਿ ਐਨ ਮੌਕੇ ਤੇ ਜਥੇ ਨੂੰ ਮਨ੍ਹਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਦਿਲ ਹਿਲਾਉਣ ਵਾਲਾ ਹੈ। ਕਿਵੇਂ ਉੱਥੇ ਸ਼ਹੀਦੀਆਂ ਹੋਈਆਂ, ਉਸ ਮੌਕੇ ਨੂੰ ਮਨਾਉਣ ਦੇ ਲਈ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਦੇ ਲਈ ਜਥਾ ਪਾਕਿਸਤਾਨ ਜਾ ਰਿਹਾ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਮਨ੍ਹਾ ਕਰ ਦਿੱਤਾ ਹੈ। ਉਹਨਾਂ ਨੇ ਇੱਕ ਪੱਤਰ ਲਿਖ ਕੇ ਕੇਂਦਰ ਨੂੰ ਮੁੜ ਇਸ ਫੈਸਲੇ ਤੇ ਗੌਰ ਕਰਨ ਦੀ ਅਪੀਲ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸਿੱਖਾਂ ਦੇ ਇਤਿਹਾਸ ਦੇ ਬਾਰੇ 'ਚ ਜਾਣਦੇ ਨੇ, ਬਾਵਜੂਦ ਇਸ ਦੇ ਉਹ ਮਨ੍ਹਾ ਕਰ ਰਹੇ ਨੇ। ਇਸ ਲਈ ਉਹ ਇੱਕ ਕਿਤਾਬਾਂ ਦਾ ਸੈੱਟ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਭੇਜ ਰਹੇ ਹਨ ਤਾਂ ਕਿ ਉਹ ਇਹਨਾਂ ਨੂੰ ਪੜ੍ਹਨ ਅਤੇ ਸਿੱਖਾਂ ਦੇ ਇਤਿਹਾਸ ਨੂੰ ਜਾਣਨ। ਨਨਕਾਣਾ ਸਾਹਿਬ ਦੇ ਸਾਕੇ ਦੀ ਸ਼ਹੀਦੀ ਦਿਹਾੜਾ 100 ਸਾਲਾ ਮਨਾਉਣ ਵਾਸਤੇ
ਜੋ ਸ਼ਰਧਾਲੂਆਂ ਦਾ ਜਥਾ 18 ਤਰੀਕ ਕੱਲ੍ਹ ਜਾਣਾ ਸੀ, ਭਾਰਤ ਸਰਕਾਰ ਸ਼ਰਧਾਲੂਆਂ ਨੂੰ ਕੇਵਲ ਜਾਣ ਵਾਲਿਆਂ ਨੂੰ ਪੀੜਾ ਹੀ ਨਹੀਂ ਹੋਈ, ਸਗੋਂ ਕਿਸੇ ਵੀ ਕੋਨੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਸੀ, ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧਿਤ ਸੀ, ਮੇਰੇ ਖਿਆਲ ਉਹਨਾਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਇਹ ਸੱਚਮੁੱਚ ਹੀ ਇੱਕ ਧੱਕਾ ਵੀ ਹੋਇਆ ਤੇ ਬੇਇਨਸਾਫੀ ਵੀ ਹੋਈ। ਕਿਉਂਕਿ ਉੱਥੋਂ ਦਾ ਇਤਿਹਾਸ ਕਿੰਨਾ ਦਿਲ ਹਿਲਾਉਣ ਵਾਲਾ, ਕਿੰਨਾ ਦਿਲ ਕਬਾਊ ਹੈ, ਕਿਸ ਤਰ੍ਹਾਂ ਦੀ ਤਸ਼ੱਦਦ ਉੱਥੇ ਹੋਇਆ, ਕਿਸ ਤਰ੍ਹਾਂ ਜਿਉਂਦਿਆਂ ਨੂੰ ਹੀ ਕੱਟ ਕੇ ਉੱਥੇ ਜਲਾਏ ਗਏ, ਕਿਸ ਤਰ੍ਹਾਂ ਗੋਲੀ ਚੱਲ ਕੇ ਸ਼ਹੀਦ ਹੋਏ, ਕਿਵੇਂ ਜੰਡ ਨਾਲ ਬੰਨ੍ਹ ਕੇ ਪੁੱਠੇ ਬੰਨ੍ਹ ਕੇ ਲਟਕਾ ਕੇ ਉੱਥੇ ਸਾੜਿਆ ਗਿਆ, ਕਿਸ ਤਰ੍ਹਾਂ ਭਾਈ ਲਛਮਣ ਸਿੰਘ ਦੀ ਗੱਲ ਆਉਂਦੀ ਹੈ, ਕਰਤਾਰ ਸਿੰਘ ਝੱਬਰ ਦੀ ਗੱਲ ਆਉਂਦੀ ਹੈ, ਸਰਦਾਰ ਦਲੀਪ ਸਿੰਘ ਦੀ ਆਉਂਦੀ ਹੈ, ਜਾਂ ਨਾਲ 260 ਸਾਰਿਆਂ ਦੀ ਗੱਲ ਆਉਂਦੀ ਹੈ। ਤੇ ਸਭ ਤੋਂ ਵੱਡਾ ਦਰਦ ਜਿਹੜਾ ਦਿਲ ਹਿਲਾਉਣ ਵਾਲਾ ਜਿਹੜਾ ਕੰਬਾਊ ਇੱਕ ਸੀਨ ਬਣਦਾ ਕਿ ਜਦੋਂ 8 ਸਾਲ ਦੇ ਬੱਚੇ ਦੀ ਵੀ ਗੱਲ ਆਉਂਦੀ ਹੈ ਤੇ ਬੰਦਾ ਹਿੱਲ ਕੇ ਰਹਿ ਜਾਂਦਾ ਕਿ ਏਡਾ ਵੱਡੇ ਤਸ਼ੱਦਦ ਹੋਏ ਹੈ। ਅਸੀਂ ਉਸ ਅਸਥਾਨ ਦੇ ਉੱਤੇ ਸਿਜਦਾ ਕਰਨ ਚੱਲੇ ਸੀ 100 ਸਾਲ ਦੀ ਸ਼ਤਾਬਦੀ ਮਨਾਉਣ ਵਾਸਤੇ। ਸਾਡਾ ਬੜਾ ਵੱਡਾ ਇਤਿਹਾਸਕ ਦਿਹਾੜਾ ਸੀ। ਇਸ ਕਰਕੇ ਇਹ ਜਿੱਥੇ ਸਾਡਾ ਮਨ ਪੀੜਤ ਹੋਇਆ, ਜਿੱਥੇ ਸਾਡੀ ਸ਼ਰਧਾ ਨੂੰ ਠੇਸ ਪਹੁੰਚੀ ਹੈ, ਜਿੱਥੇ ਸਾਡਾ ਭਾਵਨਾਵਾਂ ਕਤਲ ਹੋਈਆਂ, ਉੱਥੇ ਅਸੀਂ ਕੱਲ੍ਹ ਫਿਰ ਮੈਂ ਚਿੱਠੀ ਲਿਖੀ ਸੀ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਵੀ ਤੇ ਮਾਨਯੋਗ ਗ੍ਰਹਿ ਮੰਤਰਾਲੇ ਨੂੰ, ਤੇ ਮੈਂ ਇਹੀ ਮੰਗ ਕੀਤੀ ਸੀ ਕਿ ਅਜੇ ਵੀ ਸਮਾਂ ਹੈ, ਜੇ ਤੁਸੀਂ ਇੱਕ ਵਾਰੀ ਫਿਰ ਰਿਵਿਊ ਕਰਕੇ ਆਪਣੀ ਵਿਚਾਰ ਨੂੰ ਚੇਂਜ ਕਰਕੇ ਤੇ ਸਾਡੀ ਫਰਿਆਦ ਨੂੰ ਸੁਣਦਿਆਂ ਹੋਇਆਂ ਅਲਾਓ ਕਰ ਦਿੱਤਾ ਜਾਵੇ, ਤੇ ਅਸੀਂ ਜਿਹੜੇ ਪਾਕਿਸਤਾਨ ਵਿੱਚ ਕੀਰਤਨੀ ਜਥਿਆਂ ਨੂੰ ਉਡੀਕ ਰਹੇ ਹੈ, ਪ੍ਰਚਾਰਕਾਂ ਨੂੰ ਉਡੀਕ ਰਹੇ ਹੈ, ਕਿਉਂਕਿ ਉਹਨਾਂ ਨੇ ਹਮੇਸ਼ਾ ਸਾਡੇ ਕੋਲੋਂ ਕੀਰਤਨੀ ਜਥੇ ਮੰਗੇ ਆ। 3 ਜਥੇ ਅਸੀਂ ਲੈ ਕੇ ਜਾ ਰਹੇ ਸੀ, ਬਹੁਤ ਸਾਰਾ ਸਾਜੋ ਸਮਾਨ ਜਿਹੜਾ ਉਹਨਾਂ ਨੇ ਸੰਬੰਧਿਤ ਕੀਰਤਨ ਨਾਲ ਜਾਂ ਸੈਂਚੀਆਂ ਗੁਟਕੇ ਉਹ ਮੰਗੇ ਸਨ, ਉਹ ਲੈ ਕੇ ਜਾ ਰਹੇ ਸੀ। ਉਹ ਸਾਰੀਆਂ ਚੀਜ਼ਾਂ ਅਸੀਂ ਤਾਂ ਚਿੱਠੀ ਲਿਖੀ ਸੀ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਬਹੁਤ ਜ਼ਿੰਮੇਵਾਰੀ ਵਾਲੀ ਥਾਂ ਦੇ ਉੱਤੇ ਬੈਠੇ ਹੈ, ਗ੍ਰਹਿ ਮੰਤਰੀ ਜੀ ਬੜੀ ਜ਼ਿੰਮੇਵਾਰੀ ਦੀ ਪੋਸਟ ਤੇ ਬੈਠੇ ਹੈ, ਤੇ ਉਹਨਾਂ ਨੇ ਜੇ ਦੁਬਾਰਾ ਵਿਚਾਰ ਕਰਕੇ ਸਾਨੂੰ ਅਲਾਓ ਕਰ ਦੇਣ ਤੇ ਅਸੀਂ ਜੇ 19 ਨੂੰ ਨਹੀਂ 20 ਨੂੰ ਕਮ ਸੇ ਕਮ 21 ਵਾਲੇ ਦਿਨ ਜਾ ਕੇ ਉੱਥੇ ਆਪਣੇ ਆਸਥਾ ਜਿਹੜੀ ਉਹ ਜ਼ਾਹਰ ਕਰ ਸਕੀਏ। ਪਰ ਅਜੇ ਤੱਕ ਵੀ ਕੋਈ ਜਵਾਬ ਨਹੀਂ ਆਇਆ। ਅਸੀਂ ਅੱਜ ਵੀ ਉਡੀਕ ਰਹੇ ਹਾਂ ਵੀ ਸ਼ਾਇਦ ਕੋਈ ਸ਼ਾਮ ਤੱਕ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਕੋਈ ਜਵਾਬ ਆ ਜਾਏ, ਕਿਉਂਕਿ ਬਹੁਤ ਸਾਰੇ ਪ੍ਰੈਸ ਵਾਲੇ ਵੀ ਮੈਨੂੰ ਪੁੱਛ ਰਹੇ ਸੀ ਵੀ ਲੱਗਦਾ ਹੈ ਕਿ ਸ਼ਾਇਦ ਉਹ ਵਿਚਾਰ ਕਰਕੇ ਤੁਹਾਨੂੰ ਦੇ ਦੇਣ। ਅਸੀਂ ਵੀ ਉਹ ਉਡੀਕ ਕਰ ਰਹੇ ਹਾਂ। ਸਾਡਾ ਸਮਾਗਮ 19 ਤੋਂ 21 ਜਿਹੜਾ ਇੱਥੇ ਪਿੰਡ ਗੋਦਰਪੁਰ ਭਾਈ ਲਛਮਣ ਸਿੰਘ ਜੀ ਦੇ ਸ਼ਹੀਦ ਭਾਈ ਲਛਮਣ ਸਿੰਘ ਦੇ ਪਿੰਡ 'ਚ ਹੈ, ਉਹ ਅੱਜ ਸ਼ੁਰੂ ਹੋ ਗਿਆ। ਸੰਗਤਾਂ ਉੱਥੇ ਪਹੁੰਚ ਰਹੀਆਂ ਨੇ ਤੇ ਬੜਾ ਹੀ ਵਿਰਾਗਮਈ ਸਾਰਿਆਂ ਦੇ ਦਿਲ ਨੂੰ ਇਹ ਜਿਹੜੀ ਹੈ ਅੱਜ ਆਸਥਾ ਬਣੀ ਹੋਈ। ਉਧਰ ਸਿੱਖ ਹਲਕਿਆਂ ਜਿਸ ਨੂੰ ਲੈ ਕੇ ਭਾਰੀ ਰੋਸ ਹੈ। ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਨੂੰ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਦੀ ਆਗਿਆ ਨਾ ਦੇਣ ਦੇ ਫੈਸਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪ੍ਰਧਾਨ ਚੀਫ ਖਾਲਸਾ ਦੀਵਾਨ ਨਿਰਮਲ ਸਿੰਘ ਨੇ ਕੇਂਦਰ ਸਰਕਾਰ ਦੀਆਂ ਸਿੱਖ ਸੰਗਤਾਂ ਲਈ ਅਪਣਾਈਆਂ ਜਾ ਰਹੀਆਂ ਅਜਿਹੀਆਂ ਪੱਖਪਾਤੀ ਨੀਤੀਆਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਸ੍ਰੀ ਨਨਕਾਣਾ ਸਾਹਿਬ ਸਾਕੇ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਜਥੇ ਦੀ ਰਵਾਨਗੀ ਤੋਂ ਕੁਝ ਸਮਾਂ ਪਹਿਲਾਂ ਲਗਾਈ ਰੋਕ ਕਾਰਨ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜਿਸ ਕਾਰਨ ਸਮੁੱਚੇ ਸਿੱਖ ਜਗਤ ਵਿੱਚ ਸਰਕਾਰ ਵੱਲੋਂ ਲਏ ਗਏ ਇਸ ਅਚਨਚੇਤ ਫੈਸਲੇ ਪ੍ਰਤੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਮੌਕੇ ਸੀਕੇਡੀ ਸਕੂਲਜ਼ ਚੇਅਰਮੈਨ ਭਾਗ ਸਿੰਘ ਅਣਖੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂ ਨੰਗਲ ਅਤੇ ਮੀਤ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਅਤੇ ਕਾਰਜਕਾਰੀ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇੱਕ ਵੱਡਾ ਜਥਾ ਪਿਛਲੇ ਸਾਲ ਨਵੰਬਰ ਵਿੱਚ ਪਾਕਿਸਤਾਨ ਦੇ ਗੁਰਦੁਆਰਿਆਂ ਵਿਖੇ ਗੁਰਪੁਰਬ ਮਨਾ ਕੇ ਵਾਪਸ ਪਰਤ ਚੁੱਕਾ ਹੈ ਅਤੇ ਹੁਣ ਜਦੋਂ ਕਿ ਕੋਵਿਡ-19 ਦੇ ਮੱਦੇਨਜ਼ਰ ਹਾਲਾਤ ਪਹਿਲਾਂ ਨਾਲੋਂ ਕਾਫੀ ਸੁਧਰੇ ਹਨ, ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦਾ ਬਹਾਨਾ ਬਣਾ ਕੇ ਸੰਗਤ ਨੂੰ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਤੋਂ ਰੋਕਣਾ ਬਹੁਤ ਮੰਦਭਾਗਾ ਹੈ। ਦੀਵਾਨ ਅਹੁਦੇਦਾਰਾਂ ਨੇ ਦਿੱਲੀ ਸਰਹੱਦਾਂ ਤੇ ਹੱਕੀ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਸਿੱਖ ਕੌਮ ਨਾਲ ਰੰਜਿਸ਼ ਬਦਲੇ ਸਰਕਾਰ ਵੱਲੋਂ ਅਪਣਾਏ ਗਏ ਅਜਿਹੇ ਪੱਖਪਾਤੀ ਵਤੀਰੇ ਨੂੰ ਨਿੰਦਣਯੋਗ ਦੱਸਿਆ ਹੈ। ਉਧਰ ਬੀਤੇ ਕੁਝ ਹਫ਼ਤਿਆਂ ਤੋਂ ਜਿੱਥੇ ਵੱਖ-ਵੱਖ ਦੇਸ਼ਾਂ ਤੋਂ ਹਾਈ ਕਮਿਸ਼ਨਾਂ ਰਾਹੀਂ ਇੱਕ 3 ਭਾਸ਼ਾਈ ਕਿਤਾਬ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਸਰਕਾਰ ਦਾ ਸਿੱਖਾਂ ਨਾਲ ਖਾਸ ਰਿਸ਼ਤਾ ਭੇਜੀ ਜਾ ਰਹੀ ਹੈ, ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੁਣ ਤੱਕ ਦੇ ਸਿੱਖਾਂ ਲਈ ਕੀਤੇ ਕੰਮਾਂ ਦਾ ਵੇਰਵਾ ਦਿੱਤਾ ਹੈ, ਉੱਥੇ ਇਸ ਤਰ੍ਹਾਂ ਜਥੇ ਨੂੰ ਰੋਕਣ ਦੇ ਅੜੀਅਲ ਰਵੱਈਏ ਨੇ ਗਲਤ ਸੁਨੇਹਾ ਦਿੱਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਸਰਮਨ ਸਿੰਘ ਅਗਵਾਨ ਨੇ ਕੀਤਾ ਹੈ।
ਉਹਨਾਂ ਨੇ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ 20 ਫਰਵਰੀ 1921 ਨੂੰ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਵਾਪਰਿਆ ਸੀ, ਜਿੱਥੇ 260 ਦੇ ਕਰੀਬ ਮਹੰਤਾਂ ਦੇ ਅਚਨਚੇਤ ਕੀਤੇ ਮਾਰੂ ਹਮਲੇ ਕਰਕੇ ਸ਼ਹੀਦੀਆਂ ਪਾ ਗਏ ਸਨ। ਐਨਾ ਹੀ ਨਹੀਂ, ਹਿੰਦੂ ਮਹੰਤਾਂ ਨੇ ਭਾਈ ਲక్ష్మణ ਸਿੰਘ ਨੂੰ ਜੰਡ ਨਾਲ ਪੁੱਠਾ ਲਮਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਸੀ। ਇੱਕ ਹੋਰ ਸਿੰਘ ਭਾਈ ਦਲੀਪ ਸਿੰਘ ਨੇ ਮਹੰਤਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤਾਂ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਪੁਕਾਰ ਕੇ ਬਲਦੀ ਭੱਠੀ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਇਹ ਸ਼ਹੀਦੀ ਸਾਕਾ ਪਾਕਿਸਤਾਨ ਦੇ ਵਿੱਚ ਇਸ ਸਾਲ 100 ਸਾਲ ਪੂਰੇ ਕਰ ਰਿਹਾ ਹੈ ਅਤੇ ਸਿੱਖ ਧਰਮ ਦੇ ਲਈ ਇਤਿਹਾਸਕ ਦਿਨ ਸੀ। ਪਰ ਭਾਰਤ ਸਰਕਾਰ ਨੇ ਸ਼੍ਰੋਮਣੀ ਕਮੇਟੀ ਵੱਲੋਂ 600 ਦੇ ਕਰੀਬ ਭੇਜੇ ਜਾਣ ਵਾਲੇ ਜਥੇ ਨੂੰ ਵੀਜ਼ੇ ਦੇਣ ਤੋਂ ਨਾ ਕਰਕੇ ਈਰਖਾ ਦੀ ਉਦਾਹਰਨ ਪੇਸ਼ ਕੀਤੀ ਹੈ। ਇਹ ਇਲਜ਼ਾਮ ਸਰਵਣ ਸਿੰਘ ਅਗਵਾਨ ਨੇ ਲਗਾਏ ਹਨ। ਜਾਰੀ ਚਿੱਠੀ ਵਿੱਚ ਨਖਿੱਧ ਜਿਹੇ ਕਾਰਨ ਦੱਸੇ ਗਏ ਹਨ। ਉੱਥੇ ਜਾਣ ਵਾਲਿਆਂ ਨੂੰ ਸੁਰੱਖਿਆ ਦਾ ਖਤਰਾ ਹੈ, ਉੱਥੇ ਕਰੋਨਾ ਫੈਲਿਆ ਹੋਇਆ ਹੈ ਅਤੇ ਬਾਰਡਰ ਬੰਦ ਦੀਆਂ ਸ਼ਰਤਾਂ ਲਾਗੂ ਹਨ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਪਾਕਿਸਤਾਨ ਸਰਕਾਰ ਵੱਲੋਂ ਇਸ ਇਤਿਹਾਸਕ ਦਿਨ ਵਾਸਤੇ ਵੱਡੇ ਪ੍ਰਬੰਧ ਕੀਤੇ ਗਏ ਸਨ। ਸੁਰੱਖਿਆ ਦਾ ਇੰਤਜ਼ਾਮ ਸੀ। ਉਹਨਾਂ ਹਜ਼ਾਰ ਵਿਅਕਤੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਕਰੋਨਾ ਦਾ ਟੈਸਟ ਕਰਵਾ ਕੇ ਹੀ ਸੰਗਤ ਨੇ ਜਾਣਾ ਸੀ। ਮੋਦੀ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵੇਲੇ ਕੀਤੇ ਕੰਮ ਨੂੰ ਆਪਣੀਆਂ ਕਿਤਾਬਾਂ ਦੇ ਵਿੱਚ ਤਾਂ ਸਲਾਹਿਆ ਹੈ, ਪਰ ਜੇਕਰ ਇਸ ਨੂੰ ਨਿਰੰਤਰ ਜਾਰੀ ਨਹੀਂ ਰੱਖਦਾ ਤਾਂ ਇਸ ਵਿੱਚ ਵੱਡੀ ਸਾਜ਼ਿਸ਼ ਸਿੱਖਾਂ ਪ੍ਰਤੀ ਕੁੜੱਤਣ ਦੀ ਭਾਵਨਾ ਪ੍ਰਗਟ ਹੋਈ ਨਜ਼ਰ ਆਉਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਤੋਂ ਖਾਰ ਖਾਣ ਕਰਕੇ ਉਹਨਾਂ ਹਜ਼ਾਰਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕੀਤਾ, ਜੋ ਕਿ ਪ੍ਰਧਾਨ ਮੰਤਰੀ ਦੇ ਭਗਵਾ ਚਿਹਰੇ ਨੂੰ ਹੋਰ ਸਾਫ਼ ਕਰਦੀਆਂ ਹਨ। ਸੋ ਕੇਂਦਰ ਸਰਕਾਰ ਵੱਲੋਂ 600 ਸ਼ਰਧਾਲੂਆਂ ਦੇ ਜਥੇ ਨੂੰ ਰੋਕੇ ਜਾਣ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਹਨ। ਇੱਥੇ ਇਹ ਵੀ ਜ਼ਿਕਰੇ ਖਾਸ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ਜਦੋਂ ਕਰੋਨਾ ਇਸ ਤੋਂ ਵਿਆਪਕ ਸਟੇਜ ਉੱਪਰ ਸੀ, ਉਸ ਵੇਲੇ ਇੱਕ ਜਥਾ ਪਾਕਿਸਤਾਨ ਜਗਾ ਕੇ ਆਇਆ ਹੈ, ਤਾਂ ਹੁਣ ਕੀ ਇਤਰਾਜ਼ ਹੋ ਗਿਆ ਜੋ ਕੇਂਦਰ ਸਰਕਾਰ ਇਸ ਤਰ੍ਹਾਂ ਕਰੋਨਾ ਦਾ ਬਹਾਨਾ ਬਣਾ ਕੇ ਜਥੇ ਨੂੰ ਰੋਕ ਰਹੀ ਹੈ। ਜ਼ਾਹਰ ਤੌਰ ਤੇ ਇਸ ਨੂੰ ਮੌਜੂਦਾ ਕਿਸਾਨੀ ਅੰਦੋਲਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।